ਤੁਸੀਂ ਦੇਖ ਰਹੇ ਹੋ ਖਬਰ ਪੜਤਾਲ। ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ। ਗੱਲ ਕਰਾਂਗੇ ਅੱਜ ਉਸ ਮਸਲੇ ਤੇ ਖਬਰ ਪੜਤਾਲ ਦੇ ਸੰਘ 'ਚ ਜੋ ਹੋਇਆ ਪੁਲਵਾਮਾ ਦੇ ਵਿਖੇ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕਰਨਲ ਦਰਸ਼ਨ ਸਿੰਘ ਢਿੱਲੋਂ। ਇਹਨਾਂ ਤੋਂ ਅਸੀਂ ਜਾਣਾਂਗੇ ਕੁਝ ਅਹਿਮ ਮਸਲਿਆਂ ਦੇ ਬਾਰੇ ਕਿ ਕਿੱਥੇ ਕੀ ਕੁਝ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ ਆਉਣ ਵਾਲੇ ਟਾਈਮ 'ਚ, ਤੇ ਕੀ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਦਰਸ਼ਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਟੂਡੀਓ। ਅੱਛਾ ਕਰਨ ਸਾਹਿਬ, ਸਭ ਤੋਂ ਪਹਿਲਾਂ ਜੋ ਹੋਇਆ ਪੁਲਵਾਮਾ ਵਿਖੇ ਟੈਰਰਿਸਟ ਅਟੈਕ, ਕਿੱਥੇ ਕੀ ਕਮੀ ਰਹਿ ਗਈ, ਕਿਵੇਂ ਦੇਖਦੇ ਹੋ ਇਸ ਸਾਰੇ ਮਸਲੇ ਨੂੰ? ਦੇਖੋ ਜੀ, ਇਸ ਤਰ੍ਹਾਂ ਦੇ ਮਸਲੇ ਮੈਂ ਕਾਫੀ ਦਿਖੇ ਨੇ। ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਹੈ। ਮੈਂ ਕਾਫੀ ਸਮਾਂ ਜੋ J&K 'ਚ ਗੁਜ਼ਾਰਿਆ ਤੇ ਖਾਸ ਕਰ 2001 ਤੋਂ ਲੈ ਕੇ 5 ਤੱਕ ਜਦੋਂ ਬੜੇ ਮੇਜਰ ਅਟੈਕ ਹੋਏ, ਕਾਲੂ ਚੱਕ, ਸੰਜੂਵਾਨ, ਟਾਂਡਾ ਵਗੈਰਾ ਔਰ ਬੜੇ ਬਲਾਸਟ ਹੋਏ ਨੇ, ਮੈਂ ਉਦੋਂ ਬੰਬ ਡਿਸਪੋਜ਼ਲ ਯੂਨਿਟ ਕਮਾਂਡ ਕਰ ਰਿਹਾ ਸੀ। ਤੇ ਮੈਂ ਬਹੁਤ ਸਾਰੇ ਬਲਾਸਟ ਤੋਂ ਬਾਅਦ ਇਨਵੈਸਟੀਗੇਸ਼ਨਸ ਵੀ ਕੀਤੀਆਂ, ਐਨਾਲਿਸਿਸ ਵੀ ਕੀਤਾ ਤੇ ਰეკਮੈਂਡੇਸ਼ਨ ਵੀ ਦਿੱਤੀਆਂ। ਬਹੁਤ ਸਾਰੀਆਂ ਕੌਨਵਾਈਆਂ ਦੇ ਇਸ ਤਰ੍ਹਾਂ ਦੇ ਇਨਸੀਡੈਂਟ ਮੈਂ ਪਰਸਨਲੀ ਫਸਟ ਹੈਂਡ ਦੇਖੇ ਨੇ ਤੇ ਬਹੁਤ ਕਲੋਜ਼ਲੀ ਦੇਖੇ ਨੇ। ਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਵੀ ਇੱਕ ਕੌਨਵਾਈ ਜੋ ਹੈ, ਕਿਉਂਕਿ ਐਡਮਿਨਿਸਟ੍ਰੇਟਿਵ ਬੇਸ ਜਿਹੜੇ ਨੇ ਜੰਮੂ ਨੇ। ਹਾਂ, ਕਿਉਂਕਿ ਮੈਂ ਪੁੱਛਣਾ ਵੀ ਚਾਹੂੰਗਾ ਕਿ ਕਮੀ ਕਿੱਥੇ ਰਹਿ ਗਈ ਐਕਚੁਅਲੀ। ਬਿਲਕੁਲ ਜੀ, ਆਪਾਂ ਉਸੇ ਵੱਲ ਆਉਂਦੇ ਹਾਂ ਵੀ ਪਹਿਲਾਂ ਤਾਂ ਇੰਸੀਡੈਂਟ ਦੀ ਆਪਾਂ ਡਿਟੇਲ ਦੇਖਦੇ ਹਾਂ ਵੀ ਹੋਇਆ ਕੀ, ਵੀ ਕਿਸ ਤਰ੍ਹਾਂ ਉੱਥੇ ਮੂਵਮੈਂਟ ਕਿਸ ਤਰ੍ਹਾਂ ਹੁੰਦੀ। ਐਡਮਿਨਿਸਟ੍ਰੇਟਿਵ ਬੇਸ ਜਿਹੜਾ ਹੈ ਜੰਮੂ ਹੈ। ਸਾਰੇ ਹੀ ਆਰਮੀ ਦੇ ਹੋਣ, CRPF, BSF, ਸਭ ਦੇ ਜਵਾਨਾਂ ਦੀ ਜੋ ਛੁੱਟੀ ਹੈ ਜੰਮੂ ਤੋਂ ਸ਼ੁਰੂ ਹੁੰਦੀ ਹੈ ਤੇ ਜੰਮੂ ਖਤਮ ਹੋ ਜਾਂਦੀ ਹੈ ਰੇਲਵੇ ਸਟੇਸ਼ਨ ਤੋਂ ਹੀ, ਟ੍ਰਾਂਜ਼ਿਟ ਕੈਂਪ ਤੋਂ। ਤੇ ਉਸ ਤੋਂ ਬਾਅਦ ਉਹ ਆਪਣੀ ਟਰਾਂਸਪੋਰਟ 'ਚ ਆਪਦੀ ਟਰਾਂਸਪੋਰਟ 'ਚ ਜੋ ਉਸ ਦੀ ਹੁੰਦੀ ਹੈ ਉਸ ਦੇ 'ਚ ਉਹ ਸ਼੍ਰੀਨਗਰ ਜਾਂਦੇ ਨੇ ਤੇ ਉੱਥੋਂ ਫਰਦਰ ਪੋਸਟਾਂ ਨੂੰ ਜਾਂਦੇ ਨੇ। ਇਸੇ ਤਰ੍ਹਾਂ ਇਹ ਇੱਕ ਕੌਨਵਾਈ CRPF ਦੀ ਸੀ ਜੋ ਸਵੇਰੇ ਜੰਮੂ ਤੋਂ ਚੱਲੀ। ਤਕਰੀਬਨ 3:30 ਵਜੇ ਉਹ ਸ਼੍ਰੀਨਗਰ ਦੇ ਨੇੜੇ ਸੀ ਤੇ ਉਸ ਵੇਲੇ ਇੱਕ ਗੱਡੀ ਉਹਦੇ ਵਿੱਚ ਆ ਕੇ ਵੱਜੀ ਤੇ ਬੱਸ ਜਿਹੜੀ ਤਕਰੀਬਨ 78 ਗੱਡੀਆਂ ਸੀ ਉਹਨਾਂ ਦੀਆਂ। 5 ਗੱਡੀਆਂ ਨਿਕਲ ਚੁੱਕੀਆਂ ਤੇ 6ਵੇਂ ਨੰਬਰ ਤੇ ਜਿਹੜੀ 5ਵੇਂ ਨੰਬਰ ਤੇ ਬੱਸ ਸੀ ਉਸ ਨੂੰ ਟਾਰਗੇਟ ਕੀਤਾ ਗਿਆ ਤੇ ਉਹ ਬੱਸ ਪੂਰੀ ਤਰ੍ਹਾਂ ਬਲਾਸਟ ਹੋ ਗਈ। 39 ਬੰਦੇ ਸੀ ਜਿਹੜੇ ਉਹਦੇ 'ਚ ਪੂਰੇ ਦੇ ਪੂਰੇ ਆਕੂਪੈਂਟ ਉੱਥੇ ਸ਼ਹੀਦ ਹੋ ਗਏ। ਇੱਕ ਬੰਦਾ ਜੋ ਆਰਓਪੀ ਕਰ ਰਿਹਾ ਰੋਡ ਓਪਨਿੰਗ ਪਾਰਟੀ ਦਾ ਸੀ ਉਹ ਵੀ ਉੱਥੇ ਸ਼ਹੀਦ ਹੋ ਗਿਆ ਤੇ 6ਵੀਂ ਬੱਸ ਨੂੰ ਵੀ ਡੈਮੇਜ ਹੋਇਆ ਜਿਹਦੇ 'ਚ ਬੰਦੇ ਇੰਜਰਡ ਨੇ। ਤੇ ਉਹ ਪੂਰਾ ਇੱਕ ਵੈਲ ਪਲੈਨਡ ਥਾਟ ਆਫ ਇੱਕ ਟੈਰਰ ਐਂਗਲ ਤੋਂ ਬਹੁਤ ਵਧੀਆ ਪਲਾਨ ਕੀਤਾ ਹੋਇਆ ਬਿਲਕੁਲ ਹੀ ਇੱਕ ਬੜਾ ਹਮਲਾ ਸੀ। ਔਰ ਇਹਦੇ ਪਿੱਛੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਬੰਦਾ ਸੀ, ਇਹਦੇ ਪਿੱਛੇ ਇੱਕ ਪੂਰੀ ਟੀਮ ਸੀ। ਹੁਣ ਆਪਾਂ ਉਸ ਟੀਮ ਤੇ ਗੱਲ ਕਰਦੇ ਹਾਂ। ਦੇਖੋ, ਜਦੋਂ ਕੋਈ ਬਲਾਸਟ ਕਰਨਾ ਹੈ ਉਹ ਹੁਣ ਲੱਗਦਾ ਦੇਖਣ ਨੂੰ, ਜਦੋਂ ਆਪਾਂ ਫੇਸ ਤੇ ਦੇਖਦੇ ਹਾਂ ਵੀ ਉਹ ਬੰਦੇ ਨੇ ਗੱਡੀ ਆਈ ਤੇ ਵਿੱਚ ਮਾਰੀ। ਇੱਦਾਂ ਗੱਡੀ 'ਚ ਲੱਗੇ ਹੋਏ, ਚਾਹੇ ਉਹ ਪੂਰੀ ਗੱਡੀ ਭਰੀ ਹੋਵੇ, ਹਾਈ ਐਕਸਪਲੋਸਿਵ ਫਟਦਾ ਨਹੀਂ ਹੁੰਦਾ। ਉਹਦੇ ਵਾਸਤੇ ਡੈਟੋਨੇਸ਼ਨ ਚਾਹੀਦੀ ਹੈ ਔਰ ਹਮੇਸ਼ਾ ਟੈਰਰ ਐਂਗਲ 'ਚ ਹੁੰਦਾ। ਦੇਖੋ ਉਹਦੀ ਸਾਰੀ ਸਾਈਡਾਂ ਤੇ ਜਾਂ ਕਿੱਥੇ ਐਕਸਪਲੋਸਿਵ ਪਲੇਸ ਕੀਤਾ ਹੈ ਜਿਹੜਾ ਬਾਹਰੋਂ ਨਾ ਦਿਸੇ। ਫਿਰ ਉਸ ਨੂੰ ਉਹਦੀ ਵਾਇਰਿੰਗ ਕੀਤੀ ਹੈ, ਡੈਟੋਨੇਟਿੰਗ ਕਾਰਡ ਨਾਲ ਸਾਰੇ ਨੂੰ ਜੋੜਿਆ ਗਿਆ। ਫਿਰ ਉਹਦੇ ਇਨੀਸ਼ੀਏਸ਼ਨਸ ਵਿੱਚ ਦਿੱਤੇ ਨੇ। ਫਿਰ ਜਿਹੜੀ ਹੈ ਉਹਨੂੰ ਕਿਤੋਂ ਇਨੀਸ਼ੀਏਸ਼ਨ ਵੀ ਦਿੱਤੀ ਗਈ ਹੈ, ਰਿਮੋਟ ਕੰਟਰੋਲ ਵੀ, ਡਬਲ ਮਕੈਨਿਜ਼ਮ। ਸਿੰਗਲ ਮਕੈਨਿਜ਼ਮ ਤੇ ਟੈਰਰਿਜ਼ਮ ਕਦੇ ਨਹੀਂ ਕੰਮ ਕਰਦਾ। ਉਹਨੂੰ ਡਬਲ ਮਕੈਨਿਜ਼ਮ ਕਿਸੇ ਰਿਮੋਟ ਕੰਟਰੋਲ ਨਾਲ ਵੀ ਦਿੱਤਾ ਗਿਆ। ਹੁਣ ਬਹੁਤ ਸਾਰੇ ਲੋਕਾਂ ਨੂੰ ਵੀ ਸ਼ਾਇਦ ਗੱਡੀ ਆ ਕੇ ਵਿੱਚ ਵੱਜੀ। ਮੈਂ ਇਸ ਤਰ੍ਹਾਂ ਸਾਈਟ ਦੇਖੀ ਨੇ, ਇਹਦੇ ਸਾਈਟ ਦੇ ਫੋਟੋਗ੍ਰਾਫ ਮੈਂ ਡਿਟੇਲ 'ਚ ਐਨਾਲਿਸਿਸ। ਗੱਡੀ ਵਿੱਚ ਨਹੀਂ ਵੱਜੀ, ਗੱਡੀ ਰੋਡ ਤੇ ਸੀ, ਗੱਡੀ ਉਹਦੇ ਪੈਰਲਲ ਚੱਲ ਰਹੀ ਸੀ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਗੱਡੀ ਦੇ ਜਿਹੜੇ CRPF ਦੀ ਬੱਸ ਹੈ ਉਹਦੇ ਸਾਰਾ ਜੋ ਇੰਜਨ ਵਗੈਰਾ, ਐਕਸਲ ਵਗੈਰਾ ਗਿਰੇ ਨੇ, ਸੈਂਟਰ ਵਾਲੀ ਵਰਜ ਤੇ ਗਿਰੇ ਨੇ। 4 ਲੇਨ ਰੋਡ ਹੁਣ ਤੇ ਬਣ ਚੁੱਕੀ ਹੈ। ਇਸ ਦਾ ਮਤਲਬ ਯਾਨੀ ਉਹ ਗੱਡੀ ਜਿਸਨੇ ਬਲਾਸਟ ਕੀਤਾ ਉਹ ਇਸ ਬੱਸ ਦੇ ਲੈਫਟ ਸਾਈਡ ਤੇ ਸੀ। ਲੈਫਟ ਸਾਈਡ ਤੇ ਬੰਦਾ, ਲੈਫਟ ਸਾਈਡ ਤੇ ਨਾਰਮਲੀ ਲੋਕ ਮਾਊਂਟੇਨ 'ਚ ਛੋਟੀ ਗੱਡੀ ਓਵਰਟੇਕ ਨਹੀਂ ਕਰਦੀ, ਰਾਈਟ ਸਾਈਡ ਤੇ ਬਹੁਤ ਜਗ੍ਹਾ ਹੁੰਦੀ ਹੈ। ਇਸ ਦਾ ਮਤਲਬ ਉਹ ਗੱਡੀ ਪਹਿਲਾਂ ਹੀ ਹੌਲੀ ਹੌਲੀ ਚੱਲ ਰਹੀ ਸੀ। ਉਸਨੇ ਡੈਲੀਬਰੇਟਲੀ ਕੌਨਵਾਈ ਨੂੰ ਓਵਰਟੇਕ ਕਰਨ ਦਿੱਤਾ। ਜਦੋਂ 5ਵੀਂ 6ਵੀਂ ਗੱਡੀ ਆਈ ਜੋ ਉਸ ਦਾ ਟਾਰਗੇਟ ਸੀ, ਜਿਸ 'ਚ ਉਹਨੇ ਦੇਖਿਆ ਸੀ ਜਾਂ ਪਿੱਛੋਂ ਕਿਸੇ ਨੇ ਟੈਰਰਿਸਟ ਨੇ ਉਹਨੂੰ ਪਹਿਲਾਂ ਦੱਸਿਆ ਸੀ ਵੀ ਉਸ ਪੂਰੇ 'ਚ ਟਰੂਪਸ ਨੇ, ਉਹ ਬੰਦੇ ਭਰੇ ਹੋਏ ਨੇ, ਪੂਰੀ ਫੁੱਲ ਹੈ ਬੱਸ, ਉਹਨੇ ਉਸ ਦੇ ਨਾਲ ਗੱਡੀ ਮਾਰੀ ਤੇ ਬਲਾਸਟ ਰਿਮੋਟਲੀ ਜਾਂ ਉਹਨੇ ਮੈਨੂਅਲੀ ਕੀਤਾ। ਅੱਛਾ ਕਰਨਲ ਸਾਹਿਬ, ਇੱਕ ਹੋਰ ਮੈਂ ਗੱਲ ਰੋਕ ਰਿਹਾ ਵਿੱਚ, ਉਹਦੇ ਲਈ ਮੈਂ ਮਾਫੀ ਵੀ ਚਾਹੂੰਗਾ। ਤੇ ਹੁਣ ਜਿਹੜੀ ਇੱਕ NIA ਦੀ ਟੀਮ ਉੱਥੇ ਗਈ, ਉਹਨਾਂ ਨੇ ਜਾਂਚ ਕੀਤੀ ਤੇ ਤੁਸੀਂ ਆਪ ਵੀ ਮਤਲਬ ਬੰਬ ਕਈ ਡਿਸਪੋਜ਼ਲ ਕੀਤੇ ਹੋਣੇ ਜਿੱਥੇ ਤੱਕ ਤੁਹਾਡਾ ਐਕਸਪੀਰੀਅੰਸ ਰਿਹਾ। ਤੇ ਉਹ ਚੀਜ਼ ਇਹੋ ਜਿਹਾ ਜਿਹੜਾ ਬੰਬ ਮਤਲਬ ਗੱਡੀਆਂ ਦੇ ਵਿੱਚ ਕਿਵੇਂ ਆ ਗਿਆ, ਉਹ ਵੀ ਚੀਜ਼ ਸਾਡੇ ਦਰਸ਼ਕਾਂ ਨੂੰ ਤੁਸੀਂ ਆਸਾਨ ਮਤਲਬ ਵੇ 'ਚ ਦੱਸ ਦਿਓ ਕਿ ਉਹ ਪੂਰੀ ਇੱਕ ਲਾਈਨ, ਜਿਵੇਂ ਅਸੀਂ ਬਚਪਨ 'ਚ ਵੀ ਦੇਖੀ ਆ, ਅੱਜ ਵੀ ਦੇਖਦੇ ਨੇ ਕਿ ਲਾਈਨ ਵਾਈਜ਼ ਆਰਮੀ ਦੀਆਂ ਗੱਡੀਆਂ, ਫੌਜ ਦੀਆਂ ਗੱਡੀਆਂ ਜਾਂਦੀਆਂ ਨੇ, ਲੇਕਿਨ ਇੱਕ ਗੱਡੀ ਕਿਵੇਂ
ਲੈਫਟ ਸਾਈਡ ਤੇ ਆ ਕੇ ਉੱਥੇ ਐਂਟਰ ਕਰ ਗਈ, ਕਿਵੇਂ ਜਿਵੇਂ ਕਿ ਹੁਣ ਤੁਸੀਂ ਕਿਹਾ। ਤੇ ਇਹੋ ਜਿਹੇ ਜਦ ਬੋਮ ਹੁੰਦੇ ਨੇ ਜਾਂ ਜੋ NIA ਦੀ ਤਾਜ਼ਾ ਰਿਪੋਰਟ, ਉਹਦੇ ਬਾਰੇ ਮੈਂ ਅਪਡੇਟ ਲੈਣਾ ਚਾਹੂੰਗਾ ਤੁਹਾਤੋਂ ਕਿ ਕੀ ਅਪਡੇਟ ਆ ਉਹਦੇ 'ਚ, ਤੇ ਕਿਵੇਂ ਇਹਨਾਂ ਜਿਹੜੇ ਬੋਮ ਨੇ ਇਹਨਾਂ ਨੂੰ ਡਿਸਪੋਜ਼ਲ ਕੀਤਾ ਜਾਵੇ। ਦੇਖੋ, ਸਭ ਤੋਂ ਪਹਿਲਾਂ ਤਾਂ ਗੱਡੀ ਕਿਸ ਤਰ੍ਹਾਂ ਐਂਟਰ ਕਰ ਗਈ, ਇਹ ਤੇ ਸਵਾਲ ਉੱਠ ਰਹੇ ਨੇ। ਜੀ ਜੀ। ਹੁਣ ਸਾਈਡ ਤੋਂ ਛੋਟੀਆਂ ਰੋਡਸ ਆ ਕੇ ਆਪਣੀਆਂ 4 ਲੇਨ ਰੋਡ 'ਚ ਮਿਲਦੀਆਂ ਨੇ, ਉੱਥੋਂ ਕੋਈ ਵੀ ਗੱਡੀ ਐਂਟਰ ਕਰ ਸਕਦੀ ਹੈ। ਦੂਸਰਾ ਵੀ ਇੰਨੀਆਂ ਗੱਡੀਆਂ ਇਕੱਠੀਆਂ ਕਿਉਂ ਹੋ ਗਈਆਂ, 78 ਗੱਡੀਆਂ, 3500 ਬੰਦਾ ਇਕੱਠਾ ਕਿਉਂ ਜਾ ਰਿਹਾ ਸੀ। ਹੁਣ ਇੱਥੇ ਇਹ ਵਰਣਨਯੋਗ ਹੈ ਵੀ ਉੱਥੇ ਸਨੋ ਪਈ ਸੀ, ਰਸਤੇ ਬੰਦ ਸੀ, ਕਈ ਦਿਨ ਹਾਈਵੇ ਬੰਦ ਰਿਹਾ, ਬਹੁਤ ਜ਼ਿਆਦਾ ਪ੍ਰੈਸ਼ਰ ਸੀ, ਟਰੂਪਸ ਵੀ ਫਸੇ ਹੋਏ ਸੀ ਤੇ 10,000 ਦੇ ਕਰੀਬ ਸਿਵਲੀਅਨ ਗੱਡੀ ਵੀ ਫਸੀ ਹੋਈ ਸੀ। ਔਰ ਦੂਸਰਾ ਨਾਲ ਇਹ ਵਾਰਨਿੰਗ ਸੀ ਵੀ ਵੈਦਰ ਖਰਾਬ ਹੈ ਤੇ ਦੁਬਾਰਾ ਸਨੋ ਪੈ ਸਕਦੀ ਹੈ, ਰੋਡ ਹੁਣੀ ਖੁੱਲਿਆ ਸੀ, ਇਸ ਕਰਕੇ ਪ੍ਰੈਸ਼ਰ ਸੀ ਵੀ ਮੈਕਸਿਮਮ ਕਨਵਾਈਆਂ ਦੋਨੇ ਸਾਈਡ ਦੀਆਂ ਕੱਢੀਆਂ ਜਾਣ। ਤੇ ਉਹਦੇ 'ਚ ਕਈ ਵਾਰੀ ਹੁੰਦਾ ਵੀ ਸਿਵਲੀਅਨ ਵੀ, ਜੇ ਆਪਾਂ ਕੋਈ ਗੱਡੀ ਖੜੀ ਦੇਖਦੇ ਹਾਂ ਤਾਂ ਕੋਸ਼ਿਸ਼ ਹੁੰਦੀ ਆ ਵੀ ਕੋਈ ਇਹ ਵੀ ਬੰਦੇ ਖੜੇ ਨੇ, ਇਹਨਾਂ ਨੇ ਵੀ ਜਾਣਾ ਹੈ, ਤੇ ਇਹਨਾਂ ਨੂੰ ਵੀ ਨਾਲ ਕੱਢਤਾ ਜਾਵੇ। ਪਰ ਇਸ ਐਂਗਲ ਤੋਂ ਨਹੀਂ ਦੇਖਿਆ ਜਾਂਦਾ। ਹੁਣ ਜਿਹੜੀ ਰੋਡ ਓਪਨਿੰਗ ਪਾਰਟੀ ਹੈ ਉਹ ਉੱਥੇ ਡਿਪਲੋਇਡ ਹੁੰਦੀ ਹੈ, ਉਹਨਾਂ ਦਾ ਕੰਮ ਹੈ ਕੋਈ ID ਵਗੈਰਾ ਚੈੱਕ ਕਰਨੀ, ਗਰਾਊਂਡ ਉਹ ਚੈੱਕ ਕਰ ਲੈਂਦੇ ਆ, ਸਵੇਰੇ ਡਿਪਲੋਇਮੈਂਟ ਹੋ ਜਾਂਦੀ ਹੈ। ਬੜੀ ਟਫ ਲਾਈਫ ਹੈ ਉਹਨਾਂ ਦੀ। ਜਿਹੜੇ ਰੋਡ ਓਪਨਿੰਗ ਪਾਰਟੀ ਤੇ ਜਵਾਨ ਹੁੰਦੇ ਨੇ, ਕਹਿਣ ਨੂੰ ਸੌਖੀ ਗੱਲ ਹੈ ਵੀ ਉਹਨਾਂ ਨੇ ਚੈੱਕ ਨਹੀਂ ਕੀਤੇ, ਅਸੀਂ ਦੇਖਿਆ, ਉਹਨਾਂ ਦਾ ਰੂਟੀਨ ਦੇਖਿਆ, ਨਾਲ ਗਏ ਆ। ਉਹ ਤਕਰੀਬਨ 4:30 ਵਜੇ 5 ਵਜੇ ਉੱਠ ਕੇ ਰੋਟੀ ਖਾ ਕੇ ਆਪਦਾ ਬ੍ਰੇਕਫਾਸਟ ਨਾਲ ਲੈ ਕੇ ਚਾਹ ਪੀ ਕੇ ਉਹ ਸਾਈਡ ਤੇ ਚਲੇ ਜਾਂਦੇ ਨੇ, 6 ਵਜੇ ਸਾਈਡ ਤੇ ਪਹੁੰਚਦੇ ਨੇ, ਤਕਰੀਬਨ 7 ਵਜੇ ਤੱਕ ਉਹ ਉੱਥੇ ਸਾਰਾ ਚੱਲ ਕੇ ਰੋਡ ਸੈਨੀਟਾਈਜ਼ ਕਰਕੇ 15 ਤੋਂ 20 ਕਿਲੋਮੀਟਰ ਦਾ ਆਪਣਾ ਸਟ੍ਰੈਚ ਸੈਨੀਟਾਈਜ਼ ਕਰਕੇ ਉੱਥੇ ਉਹਨਾਂ ਨੇ ਖੜਨਾ ਹੈ, ਲੰਚ ਉੱਥੇ ਕਰਨਾ ਹੈ, ਚਾਹ ਉੱਥੇ ਪੀਣੀ ਹੈ, ਕਨਵਾਈ ਦੀ ਵੀ ਨਿਗਰਾਨੀ ਰੱਖਣੀ ਹੈ, ਤੇ ਸ਼ਾਮ ਨੂੰ 6 ਵਜੇ ਜਦੋਂ ਵਾਈਂਡ ਅਪ ਹੋਣਾ ਫਿਰ ਵਾਪਸ ਆਉਣਾ, ਜਾ ਕੇ 7-8 ਵਜੇ ਕਿਤੇ ਆਪਦੇ ਬਿਸਤਰੇ 'ਚ ਉਹਨਾਂ ਨੇ ਜਾ ਕੇ ਸੌਣਾ ਹੈ। ਉਹ ਸਿਰਫ ਜੋ ਰੋਡ ਤੇ ਲੱਗੀਆਂ ਹੋਈਆਂ ਚੀਜ਼ਾਂ ਨੇ ਉਹ ਚੈੱਕ ਕਰ ਸਕਦੇ ਨੇ, ਉਹ ਆਉਣ ਜਾਣ ਵਾਲੀਆਂ ਗੱਡੀਆਂ ਦੇ ਵਿੱਚ ਕੀ ਹੈ ਨਹੀਂ ਚੈੱਕ ਕਰ ਸਕਦੇ। ਔਰ ਇੱਕ ਚੀਜ਼ ਹੋਰ ਹੈ ਵੀ ਇਹ ਸਾਈਟ ਜਿਹੜੀ ਸਿਲੈਕਟ ਕੀਤੀ ਹੋਈ ਹੈ ਬਹੁਤ ਸਿਲੈਕਟਿਵਲੀ ਕੀਤੀ ਗਈ ਹੈ। ਜੇ ਆਪਾਂ ਉਹਦਾ ਲੋਕੇਸ਼ਨ ਦੇਖੀਏ, ਉਹਦੇ ਇੱਕ ਸਾਈਡ ਤੇ ਕਈ ਮੋਬਾਈਲ ਟਾਵਰਸ ਨੇ, ਜਿੱਥੇ ਮੋਬਾਈਲ ਟਾਵਰ ਲੱਗਿਆ ਹੁੰਦਾ ਉੱਥੇ ਜਿਹੜਾ ਮੋਬਾਈਲ ਦਾ ਸਿਗਨਲ ਬੜਾ ਸਟਰੋਂਗ ਹੁੰਦਾ। ਜਦੋਂ ਮੋਬਾਈਲ ਨਾਲ ਕੋਈ ਚੀਜ਼ ਤੁਸੀਂ ਇਨੀਸ਼ੀਏਟ ਕਰਨੀ ਹੈ ਤੇ ਉਹਦੇ ਫੇਲੀਅਰ ਦਾ ਰੇਟ 0 ਹੁੰਦਾ। ਦੂਸਰਾ, ਜਦੋਂ ਮੋਬਾਈਲ ਟਾਵਰ ਦੇ ਕੋਲ ਦੀ ਗੱਡੀ ਲੰਘਦੀ ਹੈ, ਜਿਹੜੇ ਕਨਵਾਈ ਦੇ ਨਾਲ ਜੈਮਰ ਚੱਲਦੇ ਆ ਉਹਨਾਂ ਦੀ ਰੇਂਜ ਘਟ ਜਾਂਦੀ ਹੈ, ਕਿਉਂਕਿ ਉਹ ਇੰਟਰਫੇਰੈਂਸ ਆਉਂਦੀ ਹੈ। ਤੇ ਦੂਸਰਾ, ਮੋਬਾਈਲ ਦਾ ਸਿਗਨਲ ਸਟਰੋਂਗ ਹੁੰਦਾ ਤੇ ਜੈਮਰ ਦਾ ਸਿਗਨਲ ਸਲੋ ਹੋ ਜਾਂਦਾ। ਤੇ ਉਹ ਟੈਕਨੀਕਲੀ ਸਿਲੈਕਟ ਕਰਕੇ, ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇੱਕ ਟੀਮ ਹੈ ਪੂਰੀ ਜਿਹੜੀ ਪਿੱਛੋਂ ਆਤੰਕਵਾਦੀਆਂ ਨੇ ਟ੍ਰੇਨ ਕੀਤੀ ਹੈ, ਕਿਸੇ ਨੇ ਉਹਦੀ ਫੰਡਿੰਗ ਕੀਤੀ ਹੈ, ਲੋਕਲ ਕੰਪੋਨੈਂਟ ਇਨਵੋਲਵ ਕੀਤਾ ਹੈ। ਮਤਲਬ ਕਰਨਲ ਸਾਹਿਬ, ਮਤਲਬ ਕੀ ਲੱਗਦਾ ਕਿ ਲੋਕਲ, ਕਿਉਂਕਿ ਲੋਕਲ ਬੰਦੇ ਹੁੰਦੇ ਨੇ, ਉਹਨਾਂ ਨੂੰ ਪਤਾ ਕਿ ਹਾਂ ਕਿੱਥੇ ਕਿਹੜਾ ਰਾਹ ਹੈ, ਕਿਹੜਾ ਚੌਂਕ ਆ, ਕਿਹੜਾ ਕ੍ਰੋਸ ਆ। ਤੇ ਦੂਜੀ ਗੱਲ, ਜਿਵੇਂ ਤੁਸੀਂ ਹੁਣ ਜੈਮਰ ਦੀ ਵੀ ਗੱਲ ਕਹੀ, ਤੇ 에ਅਰ ਕਵਰ ਕਾਫੀ ਮੁਲਕਾਂ ਦੇ ਵਿੱਚ ਯੂਜ਼ ਕਰਿਆ ਜਾਂਦਾ, ਲੇਕਿਨ ਆਪਣੇ ਉਰੇ ਇੱਥੇ ਕਮੀ ਕਿਉਂ ਰਹਿ ਗਈ? ਦੇਖੋ ਜੀ, ਬਹੁਤ ਕਮੀ ਹੈ 에ਅਰ ਕਵਰ ਦੀ। ਤੇ ਗੱਲ ਛੱਡੋ ਤੁਸੀਂ, ਮੈਂ 2004 ਚ ਇਦਾਂ ਦੇ ਇਨਸੀਡੈਂਟਸ ਦੇਖੇ ਨੇ। ਸਾਡੇ ਕੋਲੇ ਉਦੋਂ ਵੀ ਬੱਸਾਂ ਇਦਾਂ ਦੀਆਂ ਸੀ, ਬੁਲਟ ਪ੍ਰੂਫ। ਉਹ ਕਿੱਥੇ ਦਾ ਕਿੱਸਾ? ਉਹ ਟਰੂਪਸ ਨੂੰ ਟਰਾਂਸਪੋਰਟ ਕਰਨ ਵਾਸਤੇ ਅਸੀਂ ਕੁਝ ਆਰਮੀ ਦੀਆਂ ਬੱਸਾਂ ਉਸ ਵੇਲੇ ਜਦੋਂ 2 ਫਦਾਈਨ ਅਟੈਕ ਹੋਏ ਐਸੇ ਤਰ੍ਹਾਂ ਹੀ ਉਹ ਮੋਡੀਫਾਈਡ ਕੀਤੀਆਂ ਸੀ, ਥੱਲੇ ਉਹਨਾਂ ਦੇ ਡਬਲ ਪਲੇਟ ਲਾਈ ਸੀ, ਸੈਂਡ ਭਰੀ ਸੀ, ਸਾਈਡਾਂ ਸਟਰੈਂਥਨ ਕੀਤੀਆਂ ਸੀ, ਜਿਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਸੀ ਵੀ ਬਲਾਸਟ ਦੇ ਥੱਲੋਂ ਅਸਰ ਘੱਟ ਹੁੰਦਾ ਸੀ। ਪਰ CRPF ਕੋਲੇ ਉਹ ਵੀ ਨਹੀਂ ਹਨ, ਸਿੰਪਲ ਬੱਸਾਂ ਨੇ, ਬਿਲਕੁਲ ਪਤਲੀ ਚਾਦਰ ਹੈ, ਉਹ ਬੁਲਟ ਵੀ ਨਹੀਂ ਰੋਕ ਸਕਦੀਆਂ, ਬਲਾਸਟ ਤੇ ਕੀ ਰੋਕਣਗੇ। ਅਸੀਂ ਤਸਵੀਰਾਂ ਵੀ ਦੇਖੀਆਂ ਨੇ ਕਿਵੇਂ ਉਹਦੇ 'ਚ ਹੋਲ ਹੋ ਗਏ ਆਰ ਪਾਰ ਜੀ, ਉਹਦੇ 'ਚ ਕੋਈ ਬਿਲਕੁਲ ਸ਼ੀਟ ਆ, ਜਿਸ ਤਰ੍ਹਾਂ ਦੀ ਆਪਣੀ ਨਾਰਮਲ ਰੋਡਵੇਜ਼ ਦੀ ਬੱਸ ਹੈ ਉਸ ਤਰ੍ਹਾਂ ਹੀ ਬੋਡੀਆਂ ਲੱਗੀਆਂ। ਉਹ ਯਾਨੀ ਇੱਕ ਟਰੂਪਸ ਕੈਰੀਅਰ ਇੰਸਰਜੈਂਸੀ ਏਰੀਆ ਵਾਲਾ ਹੈ ਹੀ ਨਹੀਂ। ਉਹ ਇੱਕ ਨਾਰਮਲ ਜਿਹੜੀ ਬੱਸ ਹੈ ਸੜਕਾਂ 'ਤੇ ਚੱਲਦੀ ਹੈ, ਉਸ ਨਾਲੋਂ ਵੀ ਮਾੜੀ ਹਾਲਤ ਦੀਆਂ ਬੋਡੀਜ਼ ਨੇ ਉਹਨਾਂ 'ਚ, ਔਰ ਬੱਸਾਂ ਵੀ ਪੁਰਾਣੀਆਂ ਨੇ, ਤੇ ਇਸ ਕਰਕੇ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਤੇ ਹੈ ਹੀ ਨਹੀਂ। ਤੇ ਹੁਣ ਜਿਹੜੀ ਲੋਕਲ ਮੂਵਮੈਂਟ ਦੀ ਹੈ, ਲੋਕਲ ਜਿਹੜੀ ਗੱਲ ਹੈ ਕਿ ਲੋਕਲ ਮੂਵਮੈਂਟ ਕਿੰਨੀ ਕਿ ਉੱਥੇ, ਕਿਉਂਕਿ ਰਿਪੋਰਟਸ ਜਿਵੇਂ ਆ ਰਹੀਆਂ ਉਧਰ ਕਿ ਲੋਕਲ ਬੰਦੇ ਸ਼ਾਇਦ ਉੱਥੇ ਹੋ ਸਕਦੇ ਨੇ, ਤੁਹਾਨੂੰ ਕੀ ਲੱਗਦਾ ਤੁਸੀਂ ਇਤਨਾ ਟਾਈਮ ਉੱਥੇ ਗੁਜ਼ਾਰਿਆ, ਫੌਜ ਨੂੰ ਉੱਥੇ ਕੀ ਪਰੇਸ਼ਾਨੀ ਆਉਂਦੀਆਂ ਨੇ ਫਿਰ ਇਹਨਾਂ ਟਾਈਮ? ਦੇਖੋ, ਫੌਜ ਨੂੰ ਉੱਥੇ ਇਹ ਪਰੇਸ਼ਾਨੀ ਆਉਂਦੀਆਂ ਨੇ ਵੀ ਲੋਕਲ ਜਿਹੜਾ ਹੈ ਇਨਫੋਰਮੇਸ਼ਨ ਲੈਣੀ, ਜਨਰਲੀ ਜਿਹੜੀ ਲੋਕਲ ਇਨਫੋਰਮੇਸ਼ਨ ਆਉਂਦੀ ਆ ਉਹ ਪੁਲਿਸ ਦੇ ਥਰੂ ਹੁੰਦੀ ਹੈ। ਪੁਲਿਸ 'ਚ ਕਈ ਵਾਰੀ ਬੰਦੇ ਕੰਪਰੋਮਾਈਜ਼ ਹੋ ਜਾਂਦੇ ਨੇ, ਔਰ ਹਰ ਸਟੇਟ ਪੁਲਿਸ 'ਚ ਹੁੰਦੇ ਨੇ, ਸਾਡੇ ਵੀ ਹੁੰਦੇ ਨੇ, ਉਹ ਥੋੜੇ ਬੰਦੇ ਕੰਪਰੋਮਾਈਜ਼ ਹੋ ਜਾਂਦੇ ਨੇ, ਕੋਈ ਨਾ ਕੋਈ ਉਹਨਾਂ 'ਚ ਇਨਫਿਲਟਰੇਟ ਕਰ ਜਾਂਦਾ। ਉਹ SPO ਜਿਹੜੇ ਭਰਤੀ ਕੀਤੇ ਨੇ, ਹੁਣ ਜੰਮੂ ਕਸ਼ਮੀਰ ਦੇ ਕਈ SPO ਰਾਈਫਲ ਲੈ ਕੇ ਭੱਜ ਗਏ ਨੇ। ਤੇ ਇਸ ਤਰ੍ਹਾਂ ਬੰਦੇ ਜਦੋਂ ਕੰਪਰੋਮਾਈਜ਼ ਹੋ ਜਾਂਦੇ ਨੇ, ਉਹ ਫਿਰ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ। ਔਰ ਰੂਟੀਨ ਜਦੋਂ ਹੋ ਜਾਂਦਾ ਹੈ, ਹੁਣ ਉੱਥੇ ਰੂਟੀਨ ਦੀ ਇੱਕ ਮਜਬੂਰੀ ਹੈ। ਜੰਮੂ ਤੋਂ ਸ਼੍ਰੀਨਗਰ 300 ਕਿਲੋਮੀਟਰ ਦਾ ਸਟ੍ਰੈਚ ਹੈ। ਕਨਵਾਈ ਸਵੇਰੇ ਚੱਲਣੀ ਹੈ, ਉਹਦੇ 'ਚ ਤੁਸੀਂ ਇੱਕੋ ਹੀ ਚੀਜ਼ ਐਡਜਸਟ ਕਰ ਸਕਦੇ, 7 ਦੀ ਬਜਾਏ 8 ਚੱਲੇਗੀ, ਜੇ 8 ਚੱਲੇਗੀ ਉਹ 7 ਵਜੇ ਦੀ ਬਜਾਏ 8 ਵਜੇ ਪਹੁੰਚੇਗੀ। ਯਾਨੀ
ਇੱਕ ਅੱਧਾ ਘੰਟਾ ਤੁਸੀਂ ਅੱਗੇ ਪਿੱਛੇ ਕਰ ਸਕਦੇ ਹੋ, ਪਰ ਜਨਰਲੀ 300 ਕਿਲੋਮੀਟਰ ਤੁਸੀਂ ਇੱਕ ਸਟ੍ਰੈਚ ਦਿਨ 'ਚ ਕਵਰ ਕਰਨਾ ਹੈ। ਬੱਸਾਂ ਨੇ, ਲੰਬੀ ਕੌਨਵਾਈ ਹੈ, ਤੇ ਤੁਹਾਡਾ ਰੂਟੀਨ ਬਿਲਕੁਲ ਨੋਨ ਹੈ ਵੀ ਕਿੰਨੇ ਦਿਨ ਕੌਨਵਾਈ ਹੈ। ਅਸੀਂ ਵਿੱਚ ਇਹ ਵੀ ਕੀਤਾ ਸੀ ਵੀ ਨੰਬਰ ਆਫ ਡੇਜ਼ ਰੋਟੇਟ ਕੀਤੇ ਜਾਂਦੇ ਸੀ ਵੀ ਅੱਜ ਕੌਨਵਾਈ ਨਹੀਂ ਹੈ ਜਾਂ ਨਹੀਂ ਹੈ, ਪਰ ਉਹ ਵੀ ਜਦੋਂ ਇੰਨਾ ਲੰਬਾ ਸਫ਼ਰ ਹੈ, ਮੋਬਾਈਲਸ ਨੇ ਤੁਹਾਡੇ ਕੋਲੇ, ਘੰਟਾ ਪਹਿਲਾਂ ਤੁਹਾਨੂੰ ਕੌਨਵਾਈ ਕਿੱਥੇ ਪਹੁੰਚੀ ਹੈ, ਕੋਈ ਵੀ ਬੰਦਾ ਕਿਤੇ ਪਹਾੜੀ ਤੇ ਬੈਠਾ ਉਹ 20 ਕਿਲੋਮੀਟਰ ਦਾ ਸਟ੍ਰੈਚ ਮੋਨੀਟਰ ਕਰਕੇ ਤੁਹਾਨੂੰ ਮੋਬਾਈਲ ਤੋਂ ਦੱਸਦਾ ਵੀ ਇੰਨੀਆਂ ਗੱਡੀਆਂ ਨੇ, ਅੱਗੇ ਇੱਕ ਜਿਪਸੀ ਹੈ, ਸਕਾਟ ਵਾਲੀ ਪਿੱਛੇ ਹੈ, ਉਹ ਸਾਰੀ ਇਨਫੋਰਮੇਸ਼ਨ ਕੋਈ ਵੀ ਬੰਦਾ ਦੇ ਸਕਦਾ ਹੈ। ਯਾਨੀ ਬੰਦੇ ਨੂੰ ਪਹਿਲਾਂ ਉਹਨੇ ਨੋਟ ਕਰਿਆ ਕਿ ਹਾਂ 2 ਦਿਨ ਤੋਂ ਕੌਨਵੇ ਗਏ ਹੈ ਨਹੀਂ। ਬਿਲਕੁਲ, ਉਹਨਾਂ ਨੂੰ ਪਤਾ ਸੀ ਵੀ ਜਦੋਂ ਹੁਣ ਕੌਨਵਾਈ ਆਏਗੀ ਪੂਰੀ ਲੋਡਡ ਆਏਗੀ ਇੱਕ ਤੇ, ਕਿਉਂਕਿ ਜਦੋਂ ਰੂਟੀਨ ਕੌਨਵਾਈ ਚੱਲਦੀ ਹੈ ਕਈ ਵਾਰੀ ਇੱਕ ਬੱਸ 'ਚ 10-15 ਬੰਦੇ ਹੀ ਹੁੰਦੇ ਆ, ਹਾਂ ਉਹਨਾਂ ਰਸ਼ ਨਹੀਂ ਹੁੰਦਾ। ਹੁਣ ਤਾਂ 2500 ਜਵਾਨ ਕਰੀਬ ਸੀ ਪਤਾ ਵੀ ਹੁਣ ਸਾਰਾ ਰੁਕਿਆ ਹੋਇਆ ਰਸਤਾ, ਜੀ ਹੁਣ ਬੱਸਾਂ ਇਕੱਠੀਆਂ ਆਉਣਗੀਆਂ, ਸਭ ਤੋਂ ਪਹਿਲਾਂ ਟਰੁਪਸ ਦਾ ਜਾਊਗਾ ਸਾਰੇ ਔਰ ਪੂਰੇ ਹੋਣਗੇ। ਇਹ ਇਨਫੋਰਮੇਸ਼ਨ ਸਾਰੀ ਟੂ ਦੀ ਪੁਆਇੰਟ ਉਹਨਾਂ ਕੋਲੇ ਹੈਗੀ ਸੀ। ਅੱਛਾ, ਤੇ ਕਰਨਲ ਸਾਹਿਬ ਇੱਕ ਰੂਟੀਨ ਜਿਹੜੀ ਰੋਡ ਸੇਫਟੀ ਤੁਸੀਂ ਵਿੱਚੇ ਗੱਲ ਕਰੀ ਸੀ, ਉਹਦਾ ਕੰਮ ਕਿਵੇਂ ਹੁੰਦਾ, ਆਪਣੇ ਦਰਸ਼ਕਾਂ ਨੂੰ ਅਸੀਂ ਸਮਝਾ ਦਈਏ ਤਾਂ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਇਹੋ ਜੀ ਚਿੰਤਾ ਨਾ ਹੋਵੇ ਕਿ ਸਾਡੇ ਜਿਹੜੀ ਰੱਖਿਆ ਕਰਦੇ ਨੇ ਉਹਨਾਂ ਦੀ ਰੱਖਿਆ ਕੌਣ ਕਰੇਗਾ, ਜਿਹੜੀ ਰੋਡ ਸੇਫਟੀ ਆ ਉਹ ਕਿਵੇਂ ਆਪਣਾ ਵਰਕ ਕਰਦੀ ਹੈ। ਦੇਖੋ ਜੀ, ਰੋਡ ਸੇਫਟੀ ਜੰਮੂ ਤੋਂ ਕਸ਼ਮੀਰ, ਸ਼੍ਰੀਨਗਰ ਤੱਕ, ਸ਼੍ਰੀਨਗਰ ਤੋਂ ਅੱਗੇ ਬਾਰਾਮੂਲਾ ਤੱਕ ਸਾਰੀ ਜੋ ਰੋਡ ਹੈ ਉਹ ਕਵਰਡ ਹੁੰਦੀ ਹੈ। ਵਿਜ਼ੂਅਲ ਡਿਸਟੈਂਸ ਤੇ ਬੰਦਾ ਤਕਰੀਬਨ 100 ਤੋਂ 150 ਮੀਟਰ ਤੇ ਖੜਾ ਰਹਿੰਦਾ ਹੈ, ਔਰ ਸਵੇਰੇ ਤੋਂ ਸ਼ਾਮ ਤੋਂ ਲੈ ਕੇ ਜਿੰਨਾ ਚਿਰ ਯਾਨੀ ਕੌਨਵਾਈ ਚੱਲਦੀਆਂ ਨੇ, ਟ੍ਰੈਫਿਕ ਚੱਲਦਾ, ਉਹਨਾਂ ਚਿਰ ਉਹ ਰੋਡ ਪੂਰੀ ਸਿਕਿਉਰ ਹੁੰਦੀ ਹੈ। ਜਿੰਨਾ ਚਿਰ ਰੋਡ ਓਪਨਿੰਗ ਪਾਰਟੀ ਦਾ ਕਮਾਂਡਰ ਕਲੀਅਰੈਂਸ ਨਹੀਂ ਦਿੰਦਾ ਉਹ ਕੌਨਵਾਈ ਸਟਾਰਟ ਨਹੀਂ ਹੁੰਦੀ। ਉਹਨਾਂ ਦਾ ਬਹੁਤ ਇੰਪੋਰਟੈਂਟ ਕੰਮ ਹੈ। ਪਰ ਹਾਂ, ਕਈ ਵਾਰੀ ਜਦੋਂ ਇਸ ਤਰ੍ਹਾਂ ਦੀ ਚੀਜ਼ ਹੋ ਜਾਂਦੀ ਹੈ ਤੇ ਬਲੇਮ ਉਹਨਾਂ ਤੇ ਪਾਇਆ ਜਾਂਦਾ ਵੀ ਰੋਡ ਕਲੀਅਰੈਂਸ, ਪਰ ਕਈ ਚੀਜ਼ਾਂ ਜਿਸ ਤਰ੍ਹਾਂ ਅੱਗੇ ਕਲਵਰਟ ਸੀ ਵੀ ਉਹ ਜਿਹੜੇ ਕਲਵਰਟ ਬੰਦ ਪਏ ਸੀ, ਪੁਲੀਆਂ ਸੀ, ਉਹਨਾਂ ਦੇ ਥੱਲੇ ਐਕਸਪਲੋਜ਼ਰ ਲਗਾਇਆ ਜਾਂਦਾ ਸੀ। ਫਿਰ ਸਾਰੇ ਕਲਵਰਟ ਚੈੱਕ ਕਰੇ, ਫਿਰ ਕੁਝ ਕਲਵਰਟ ਨੂੰ ਜਦੋਂ ਬਾਰਿਸ਼ਾਂ 'ਚ ਨਹੀਂ ਦੀ ਵੀ ਦੋਨੇ ਪਾਸੋਂ ਉਹਨੂੰ ਇੱਟਾਂ ਨਾਲ ਬਲੌਕ ਕਰ ਦਿਓ ਤਾਂ ਕਿ ਜੇ ਕੋਈ ਟੈਂਪਰਿੰਗ ਕੀਤੀ ਹੈ, ਇੱਟਾਂ ਕੱਢੀਆਂ ਨੇ, ਸਵੇਰੇ ਆਉਂਦੇ ਨੂੰ ਪਹਿਲਾਂ ਹੀ ਪਤਾ ਲੱਗ ਜੇ। ਰਿਟੇਨਿੰਗ ਵਾਲ ਸੀ, ਰਿਟੇਨਿੰਗ ਵਾਲ ਦੇ ਪਿੱਛੇ ਜਿਹੜੇ ਨੇ ਗੈਪ ਰਹਿ ਜਾਂਦੇ ਨੇ, ਇੱਕ ਉਹਨਾਂ ਦੇ ਵਿੱਚ ਵੀਪ ਹੋਲ ਹੁੰਦੇ ਨੇ ਪਾਣੀ ਨਿਕਲਣ ਵਾਸਤੇ, ਉਹ ਉੱਥੋਂ ਪਿੱਛੋਂ ਪੱਟ ਲੈਂਦੇ ਆ ਵੀ ਉਹ ਵੀ ਰਿਟੇਨਿੰਗ ਵਾਲ ਉੱਪਰ ਚੜ੍ਹ ਕੇ ਉੱਪਰੋਂ 2-2 ਫੁੱਟ ਅੰਦਰ ਤੱਕ ਵੀ ਪਲਸਤਰ ਕੀਤੀਆਂ ਗਈਆਂ। ਫਿਰ ਜਿਹੜੇ ਜ਼ਿਆਦਾ ਡੇਂਜਰਸ ਪੁਆਇੰਟ ਸੀ ਜਿੱਥੇ ਉਹ ਮਾਰਕ ਕੀਤੇ ਗਏ। ਇਹ ਸਾਰੀਆਂ ਚੀਜ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਨੇ, ਹੋ ਸਕਦਾ ਹੈ ਦੁਬਾਰਾ ਕੁਝ ਹੋਰ ਸਟ੍ਰੈਟਜੀ ਦੀ ਲੋੜ ਪਵੇ, ਕਿਉਂਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਅਪਗ੍ਰੇਡ ਕਰਦੇ ਹੋ ਤਾਂ ਟੈਰਰਿਸਟ ਵੀ ਅਪਗ੍ਰੇਡ ਕਰਦੇ ਨੇ, ਔਰ ਤੁਹਾਡੀ ਸਾਰੀ ਰੂਟੀਨ ਨੂੰ, ਕਿਉਂਕਿ ਟੈਰਰਿਸਟ ਨੇ ਇੱਕ ਦਿਨ ਅਲਰਟ ਰਹਿਣਾ, ਤੁਸੀਂ ਉੱਥੇ 30 ਦੇ 30 ਦਿਨ ਅਲਰਟ ਰਹਿਣਾ। ਜਿੱਦਾਂ ਤੁਹਾਡੀ ਆਰਓਪੀ ਅਲਰਟ ਨਹੀਂ ਹੈ ਉਸ ਦਿਨ ਉਹਨਾਂ ਨੇ ਫਾਇਦਾ ਚੱਕਣਾ ਜੀ। ਤੇ ਜਿਵੇਂ ਕਿ ਤੁਸੀਂ 2014 ਦੀ ਵੀ 4 ਦੀ ਵੀ ਇੱਕ ਗੱਲ ਕਹੀ ਕਿ 4 'ਚ ਵੀ ਇਹੋ ਜਿਹਾ ਹੋਇਆ ਸੀ, ਉਸ ਤੋਂ ਬਾਅਦ ਇੱਕ ਆਪਣਾ ਪਠਾਨਕੋਟ ਹਮਲਾ ਹੋ ਗਿਆ, ਬੰਬੇ ਵਾਲਾ ਹੋ ਗਿਆ, ਤੇ ਹੁਣ ਇੱਕ ਤਾਜ਼ਾ ਜਿਹੜਾ ਹੋਇਆ, ਪੂਰਾ ਦੇਸ਼ ਦੇ ਵਿੱਚ ਮਤਲਬ ਇੱਕ ਆਕਰੋਸ਼ ਵੀ ਆ ਤੇ ਇੱਕ ਮਤਲਬ ਅੰਦਰ ਗਮ ਵੀ ਆ, ਮਤਲਬ ਕ੍ਰੋਧ ਤੇ ਗਮ ਦੋਨੋਂ ਇਕੱਠੇ ਚੱਲ ਰਹੇ ਨੇ। ਇਹੋ ਦੇ ਸਿਚੁਏਸ਼ਨ ਦੇ ਵਿੱਚ ਜਿਹੜੀ ਫੌਜ ਇੱਥੇ ਕਿਤੇ ਨਾ ਕਿਤੇ ਆਪਣੀ ਮੰਨਦੀ ਹੈ ਕਿ ਕਮੀ ਹੋਈ ਆ, ਜੋ ਟੈਕਨੀਕਲੀ ਉਹਨੂੰ ਸੁਧਾਰੇਗੀ ਜਾਂ ਫਿਰ ਇਦਾਂ ਹੀ ਚੱਲਦਾ ਰਹੇਗਾ। ਬਿਲਕੁਲ ਜੀ, ਦੇਖੋ ਗੱਲਾਂ ਤਾਂ ਬੜੀਆਂ ਹੁੰਦੀਆਂ ਨੇ, ਅਸੀਂ ਬੁਲਟ ਪ੍ਰੂਫ ਜੈਕਟ ਹੈ, ਉਹ ਹੈ, ਅਸੀਂ ਇਹ ਦੇ ਰਹੇ ਹਾਂ, ਉਹ ਦੇ ਰਹੇ ਹਾਂ, ਹਰ ਗੌਰਮੈਂਟ ਆ ਕੇ ਕਰਦੀ ਹੈ। ਇਹ ਨਹੀਂ ਮੈਂ ਕਹਿ ਰਿਹਾ ਵੀ ਹੁਣ ਦੀ ਗੌਰਮੈਂਟ ਕਰਦੀ ਹੈ, ਪਿਛਲੀਆਂ ਵੀ ਕਰਦੀਆਂ ਸੀ, ਇਹ ਦੇਤਾ ਅਸੀਂ ਜਵਾਨਾਂ ਨੂੰ, ਉਹ ਦੇਤਾ, ਪਰ ਐਕਚੁਅਲੀ ਜਿਹੜੀ ਇਹ ਚੀਜ਼ ਉੱਥੇ ਇਹਨਾਂ ਚੀਜ਼ਾਂ ਦੀ ਸੰਸਾਧਨਾਂ ਦੀ ਕਮੀ ਹੈ। ਤੁਸੀਂ ਇਹ ਦੇਖੋ, ਜਦੋਂ ਉਰੀ ਅਟੈਕ ਹੋਇਆ ਸੀ, ਉਰੀ 'ਚ ਅੱਗ ਲੱਗ ਕੇ ਬੰਦੇ ਮਰ ਗਏ ਕਿਉਂਕਿ ਉਹ ਟੈਂਟਾਂ 'ਚ ਰਹਿ ਰਹੇ ਸੀ। ਅਸੀਂ ਬਾਰਡਰ ਤੇ ਰਹਿੰਦੇ ਹੋਏ ਬੰਦੇ ਜਿਹੜੇ ਡਿਪਲੋਇਡ ਨੇ CIA ਆਫਿਸ 'ਚ, ਉਹ ਹਜੇ ਟੈਂਟਾਂ 'ਚ ਰਹਿ ਰਹੇ ਨੇ, ਉਹ ਹਜੇ ਉਹਨਾਂ ਕੋਲੇ ਬੁਲਟ ਪ੍ਰੂਫ ਗੱਡੀਆਂ ਵੀ ਹੈ ਨਹੀਂ, ਤੇ ਅਸੀਂ ਉਹਨਾਂ ਦਾ ਜਿਹੜਾ ਸੇਫਟੀ ਇਕੁਇਪਮੈਂਟ ਹੈ, ਬੇਸਿਕ ਸ਼ੈਲਟਰ ਨਹੀਂ ਪ੍ਰੋਪਰ ਦੇ ਸਕਦੇ, ਅਸੀਂ ਉਹਨੂੰ ਪ੍ਰੋਪਰ ਟਰਾਂਸਪੋਰਟ ਨਹੀਂ ਦੇ ਸਕਦੇ, ਪ੍ਰੋਪਰ ਕਮਿਊਨੀਕੇਸ਼ਨ ਅਰੇਂਜਮੈਂਟ ਹੈ ਨਹੀਂ, ਕਿਉਂਕਿ ਉਹ ਸਾਡੀਆਂ ਕਮੀਆਂ ਨੇ। ਇਸ ਕਰਕੇ ਅਸੀਂ ਕਿਤੇ ਨਾ ਕਿਤੇ ਮਾਰ ਖਾਂਦੇ ਹਾਂ। 2002 ਔਰ 4 ਦੇ ਵਿੱਚ ਇੱਥੇ ਕਾਫੀ ਇੰਸੀਡੈਂਟਸ ਹੋਏ, ਖਾਸ ਕਰ ਬਨੀਹਾਲ ਤੋਂ ਲੈ ਕੇ ਬਿਜ ਬਿਹਾਰਾ ਦੇ ਵਿਚਾਲੇ, ਕਿਉਂਕਿ ਜਿੱਥੇ ਹਿਲਸ ਤੋਂ ਥੱਲੇ ਨੂੰ ਜਾਂਦੇ ਆ, ਇੱਕ 2 ਕਿਲੋਮੀਟਰ 213 ਤੇ ਮੈਨੂੰ ਡੇਟ ਵੀ ਯਾਦ ਹੈ, 23 ਮਈ 2004 ਨੂੰ ਇੱਕ BSF ਦੀ ਬੱਸ ਟਾਰਗੇਟ ਕੀਤੀ ਗਈ ਸੀ, ਜਿਹਦੇ 'ਚ 24 ਜੋ ਸੀ ਲੋਕ ਸ਼ਹੀਦ ਹੋਏ ਉਹਦੇ 'ਚ, ਔਰ ਉਹਦੇ 'ਚ ਲੇਡੀਜ਼ ਵੀ ਸੀ, ਬੱਚੇ ਵੀ ਸੀ। ਇਹ ਅੱਜ ਸਿਚੁਏਸ਼ਨ ਫਿਰ ਅਸੀਂ ਉੱਥੇ ਖੜੇ ਹਾਂ, ਉਹੀ ਬੱਸ ਅੱਜ BSF ਦੀ ਜਗ੍ਹਾ CRPF ਦੀ ਹੈ, ਤੇ ਉਹੀ ਸਟ੍ਰੈਚ ਹੈ, ਉੱਦਾਂ ਦੇ ਹਾਲਾਤ ਨੇ, ਤੇ ਉੱਦਾਂ ਹੀ ਸਾਰਾ ਕੁਝ ਹੋਇਆ, ਤੇ ਉੱਦਾਂ ਹੀ ਅਸੀਂ ਅੱਜ ਟੀਵੀਆਂ ਤੇ ਉੱਥੇ ਪੋਲੀਟੀਕਲ ਪਾਰਟੀਆਂ ਆਪਦੇ ਬਿਆਨ ਦੇ ਕੇ ਪਿੱਟ ਰਹੀਆਂ ਨੇ। ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕੀ ਇਹਨਾਂ ਚੀਜ਼ਾਂ ਨਾਲ ਸ਼ਹਿਰਾਂ 'ਚ ਮੁਜ਼ਾਹਰੇ ਕਰਨਾ, ਮੋਮਬੱਤੀਆਂ ਜਲਾਉਣ ਨਾਲ ਵਾਕਈ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਫਰਕ ਪੈਂਦਾ? ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਦੇਖ ਰਿਹਾ ਕਿ ਨਹੀਂ? ਕਿਉਂਕਿ ਇਨਸੀਡੈਂਟ ਜਦੋਂ ਹੁੰਦਾ ਅਸੀਂ ਭੁੱਲ ਜਾਂਦੇ ਹਾਂ,
ਥੋੜਾ ਚਿਰ ਬਾਅਦ ਪੋਲੀਟੀਕਲ ਪਾਰਟੀਆਂ ਕੋਲੇ ਦੂਸਰੇ ਮੁੱਦੇ ਆ ਜਾਂਦੇ ਨੇ ਤੇ ਫਿਰ ਬੈਕ ਟੂ ਸਕੁਅਰ ਵਨ ਹੋ ਜਾਂਦੇ ਨੇ। ਅੱਛਾ, ਤਾਂ ਮਤਲਬ ਕਰਨਲ ਸਾਹਿਬ, ਜਿਵੇਂ ਕਿ ਹੁਣ ਸਰਕਾਰ ਕਹਿ ਰਹੀ ਹੈ ਅਸੀਂ ਇੰਨਾ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਵਾਂਗੇ, ਵੱਖ-ਵੱਖ ਜਿਹੜੇ ਕਈ ਸਾਡੇ ਸੈਲੀਬ੍ਰਿਟੀ, ਕਈ ਪੋਲੀਟੀਸ਼ੀਅਨ ਅਲੱਗ-ਅਲੱਗ ਤਰ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਰਹੇ ਨੇ, ਤੇ ਤੁਸੀਂ ਕੀ ਦੇਖਦੇ ਹੋ ਕਿ ਹੁਣ ਤਾਂ ਫੈਮਿਲੀ ਦੇ ਸਪੋਰਟ 'ਚ ਹੀ ਹੈਗੇ, ਤੁਸੀਂ ਆਪ ਇੰਨਾ ਸਮਾਂ ਫੌਜ 'ਚ ਹੀ ਰਹੇ ਹੋ, ਤੁਹਾਡੇ ਕਈ ਲਿੰਕ ਵੀ ਇਹੋ ਜਿਹੇ ਹੋਣੇ, ਤੁਸੀਂ ਆਪ ਹੀ ਇਹੋ ਜਿਹੇ ਫੈਮਿਲੀ ਦੇਖੇ ਹੋਣੇ ਜਿਨ੍ਹਾਂ ਦਾ ਇੱਕੋ ਇੱਕ ਕਮਾਉਣ ਵਾਲਾ ਸੀ, ਉਹ ਵੀ ਫੌਜ ਸੀ, ਉਹ ਵੀ ਸ਼ਹੀਦ ਹੋ ਗਿਆ, ਤੇ ਉਸ ਤੋਂ ਬਾਅਦ ਕੀ ਸਰਕਾਰ ਜਾਂ ਕੋਈ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪੁੱਛਦਾ ਹੋਏਗਾ? ਦੇਖੋ ਜੀ, ਇਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਜਦੋਂ खून का बदला खून, बदला लेंगे वो लेंगे, पाकिस्तान को नस्तानाबूद कर देंगे, दे पूरा युद्ध करना चाहिए, वो करना। देखो, युद्ध लास्ट मसले का हल होता है, लड़ाई कोई मसले का हल नहीं है। लड़ाई लास्ट ऑप्शन होंदी है जो सारे ऑप्शन फेल हो जाते हैं। हजे साडे कोले बहुत ऑप्शन ने, साडे कोले बहुत ऑप्शन ने अपने रिश्ते सुधारन दे, अपने खून खराबे नूं रोकण दे, बहुत कुछ हैगा। जदों जवान शहीद हो जाते हैं, जे तो होवे इलैक्शन इदा जिदा होना है, ये कारगिल वेले भी होया सी, जदों इलैक्शन नेड़े सी ते बड़े बड़े लोग, हर लीडर हर थां ते जिथे शहीद की बॉडी आउंदी है पहुँचदा है, ते जदों इलैक्शनां खत्म हो जांदियां फिर उत्थे कोई नहीं पुछदा, कोई नहीं बुढ़दा ते कोई नहीं सार लैंदा। अज हालात ये ने भी तुसीं शहीद हो जाओ पर असीं रौला पावांगे, बाद च पेंशनां वास्ते जदों तुहाडे घर वाले फादर मदर जां चक्कर कट्टणगे उदों किसी ने बांह नहीं फड़नी। तुसीं ਅਸੀਂ ਤੁਹਾਨੂੰ ਇਹ ਦੇਵਾਂਗੇ ਪਰ ਤੁਹਾਡੇ ਬੱਚਿਆਂ ਦਾ ਐਜੂਕੇਸ਼ਨ ਅਲਾਊਂਸ ਅਸੀਂ ਬੰਦ ਕਰ ਦਾਂਗੇ, ਤੁਹਾਡੀਆਂ ਫੈਮਲੀਆਂ ਕੰਟੂਨਮੈਂਟ 'ਚ ਅਟੈਕ ਹੋਣਗੀਆਂ ਤੇ ਅਸੀਂ ਕੰਟੂਨਮੈਂਟ ਦੀਆਂ ਰੋਡ ਸਾਰਿਆਂ ਵਾਸਤੇ ਖੋਲ੍ਹ ਦਾਂਗੇ। ਇਹ ਕੰਟਰਾਡਿਕਟਿਵ ਪਾਲਿਸੀਜ਼ ਨੇ। ਇੱਕ ਪਾਸੇ ਤੁਸੀਂ ਵੋਟ ਬੈਂਕ ਦੀ ਪਲੀਜ਼ਿੰਗ ਕਰਦੇ ਹੋ, ਤੁਸੀਂ ਇਸ ਤਰ੍ਹਾਂ ਦੇ ਬਿਆਨ ਉੱਥੇ ਜਾ ਕੇ ਰੈਲੀਆਂ ਤੇ ਦਿੰਦੇ ਹੋ। ਅੱਜ ਸਰਜੀਕਲ ਸਟ੍ਰਾਈਕ ਨੂੰ ਅਸੀਂ ਇੱਕ ਸੈਲੀਬ੍ਰੇਸ਼ਨ ਦਾ ਮੁੱਦਾ ਬਣਾਤਾ। ਜੇ ਆਰਮੀ ਨੂੰ ਕੰਮ ਕਰਨਾ ਹੈ ਤਾਂ ਕਰਨ ਦਿਓ, ਪਰ ਉਹਨੂੰ ਸਟੇਜਾਂ ਤੇ ਲਿਜਾ ਕੇ ਜਾਣ ਦੀ ਕੀ ਲੋੜ ਹੈ? ਜਦੋਂ ਤੁਸੀਂ ਆਰਮੀ ਦੀ ਐਕਸ਼ਨਾਂ ਨੂੰ, ਕੱਲੇ ਐਕਸ਼ਨਾਂ ਨੂੰ ਸਟੇਜਾਂ ਤੇ ਡਿਸਕਸ ਕਰਦੇ ਹੋ, ਉਹਦੇ ਨਾਲ ਦੋ ਗੱਲਾਂ ਹੁੰਦੀਆਂ ਬਿਲਕੁਲ ਕਲੀਅਰਲੀ। ਪਹਿਲੀ ਗੱਲ ਤਾਂ ਤੁਹਾਡੇ ਆਪੋਨੈਂਟ ਤੇ ਪ੍ਰੈਸ਼ਰ ਪੈਂਦਾ ਹੈ, ਉਹਨਾਂ ਦੇ ਲੋਕਾਂ ਤੇ ਪ੍ਰੈਸ਼ਰ ਪੈਂਦਾ, ਉਹ ਉਹਨਾਂ ਨੂੰ ਸਿਰ ਚੜ੍ਹਦੇ ਆ ਵੀ ਕਰੋ ਜੀ, ਤੁਸੀਂ ਵੀ ਕੁਝ ਕਰੋ, ਉਹਨਾਂ ਤੇ ਪ੍ਰੈਸ਼ਰ ਪੈਂਦਾ। ਦੂਸਰਾ, ਜਦੋਂ ਅੱਗੇ ਨੂੰ ਉਹੋ ਜਿਹਾ ਆਪਰੇਸ਼ਨ ਕਰਨਾ, ਜਿਹੜੇ ਬੰਦਿਆਂ ਨੇ ਕਰਨਾ, ਤੁਸੀਂ ਉਹਨਾਂ ਦੀ ਲਾਈਫ ਦਾ ਰਿਸਕ ਲੈ ਰਹੇ ਹੋ, ਤੁਸੀਂ ਉਹਨਾਂ ਦੀ ਸਾਰੀ ਟੈਕਟਿਕਸ ਡਿਸਕਲੋਜ਼ ਕਰ ਰਹੇ ਹੋ, ਤੁਸੀਂ ਉਹ ਕਿੱਦਾਂ ਆਪਰੇਸ਼ਨ ਕਰਨਗੇ, ਕਿੱਦਾਂ ਕਰ, ਤੁਸੀਂ ਅੱਜ ਉਹਨਾਂ ਦੇ ਨਾਂ ਵੀ ਡਿਸਕਲੋਜ਼ ਕਰ ਰਹੇ ਹੋ। ਇਹ ਚੀਜ਼ਾਂ ਜੇ ਆਰਮੀ ਨੇ ਕਰਨੀਆਂ ਨੇ ਤੇ ਆਰਮੀ ਤੱਕ ਰਹਿਣ ਦਿਓ, ਆਰਮੀ ਆਪਦੇ ਲੈਵਲ ਤੇ ਕਰਦੀ ਰਹਿੰਦੀ ਹੈ। ਸਰਜੀਕਲ ਸਟ੍ਰਾਈਕ ਨਾ ਇਹ ਪਹਿਲੀ ਸੀ ਨਾ ਲਾਸਟ ਸੀ, ਤੇ ਉਸ ਨੂੰ ਇੱਕ ਪੋਲੀਟੀਕਲ ਮੁੱਦਾ, ਜੋ ਤੁਸੀਂ ਫੌਜ ਦਾ ਕੋਈ ਵੀ ਚੀਜ਼ ਹੈ ਉਸ ਨੂੰ ਮੁੱਦਾ ਬਣਾਉਂਦੇ ਹੋ। ਅਸੀਂ ਸਿਰਫ ਫੌਜ ਨੂੰ ਨਹੀਂ, ਅਸੀਂ ਉਹਨਾਂ ਦੇ ਯੂਥ ਨੂੰ ਵੀ ਵਾਪਸ ਲੈ ਕੇ ਆਉਣਾ ਹੈ। ਤੁਸੀਂ ਜੇ ਦੇਖੋ, ਮੈਂ ਅੱਜ ਕਹਿੰਦਾ ਉੱਥੇ ਲਾਇਸ ਨੈਕ ਨਜ਼ੀਰ ਵਾਨੀ ਬਣਾਉਣਾ ਅਸੀਂ ਯੂਥ ਉਹਨਾਂ ਦਾ, ਤਾਂ ਇਦਾਂ ਦੇ ਟੈਰਰਿਸਟ ਬੰਦ ਹੋਣਗੇ। ਨਜ਼ੀਰ ਵਾਨੀ ਨੂੰ 2 ਵਾਰੀ ਸੈਨਾ ਮੈਡਲ ਮਿਲਿਆ, ਉਹ ਟੈਰਰਿਸਟ ਹੀ ਸਰੈਂਡਰ ਕੀਤਾ, ਮੋਟੀਵੇਟ ਕੀਤਾ ਆਰਮੀ ਨੇ, ਤੇ ਨਜ਼ੀਰ ਵਾਨੀ ਅੱਜ ਨਾਮ ਹੈ ਇੱਕ, ਉਹ ਵੀ ਵਾਨੀ ਸੀ ਤੇ ਦੂਸਰਾ ਵੀ ਵਾਨੀ ਸੀ ਜਿਹੜਾ ਪੋਸਟਰ ਬॉय ਸੀ, ਉਹਨੇ ਅੱਜ ਸੈਨਾ ਮੈਡਲ 2 ਵਾਰੀ ਸੈਨਾ ਮੈਡਲ ਵਿਦ ਵਾਰ ਸ਼ਹੀਦ ਹੋਇਆ, ਸਲਾਮ ਕਰਦੇ ਨੇ ਲੋਕਾਂ ਨੂੰ। ਅਸੀਂ ਯੂਥ ਨੂੰ ਉੱਦਾਂ ਮੋਟੀਵੇਟ ਕਰਨਾ ਹੈ, ਤੇ ਜਦੋਂ ਅਸੀਂ ਉੱਦਾਂ ਯੂਥ ਨੂੰ ਮੋਟੀਵੇਟ ਕਰ ਲਾਂਗੇ ਫਿਰ ਸਾਨੂੰ ਉੱਥੇ ਕੋਈ ਫੰਡਿੰਗ ਦੀ, ਉਹਦੀ ਇਹਦੀ, ਜਾਂ ਉਧਰੋਂ ਕੋਈ ਕਰਦਾ ਹੈ, ਬਾਹਰੋਂ ਕੋਈ ਕਰਦਾ ਹੈ, ਉਹਨੂੰ ਕੋਈ ਸਪੋਰਟ ਕਰਦਾ, ਉਹ ਉਹਨਾਂ ਦੀਆਂ ਗੱਲਾਂ 'ਚ ਆਪ ਹੀ ਨਹੀਂ ਆਉਣਗੇ। ਮਤਲਬ ਹਾਂ, ਕਿਹਾ ਜਾਂਦਾ ਕਿ ਅਕਸਰ ਯੂਥ ਨੂੰ ਜਿਹਾਦ ਦੇ ਨਾਂ ਤੇ ਮਤਲਬ ਭੜਕਾਇਆ ਜਾਂਦਾ। ਇੱਕ ਪੋਲੀਟੀਕਲੀ ਮਸਲਾ ਤੇ ਵੀ ਆਵਾਂਗਾ, ਲੇਕਿਨ ਇੱਕ ਅਹਿਮ ਸਵਾਲ ਮੇਰੇ ਕੋਲ ਹੋਰ ਹੈ ਕਰਨਲ ਸਾਹਿਬ, ਤੁਸੀਂ ਇੰਨਾ ਟਾਈਮ ਫੌਜ 'ਚ ਹੀ ਰਹੇ ਹੋ, ਤੁਸੀਂ ਸਰਕਾਰਾਂ ਬਦਲਦੀਆਂ ਦੇਖਦੀਆਂ ਨੇ, ਤੇ ਕਿਹਾ ਇਹ ਵੀ ਜਾਂਦਾ ਕਿ ਫੌਜ ਦੇ ਰੂਲਾਂ 'ਚ ਹੀ ਬਦਲਾਵ ਹੋਏ ਨੇ, ਸਰਕਾਰਾਂ ਬਦਲਦੀਆਂ ਨੇ, ਬਦਲਾਵ ਹੋ ਜਾਂਦੇ ਨੇ, ਤੇ ਹੋਏ ਨੇ ਜਾਂ ਸਿਰਫ ਇੱਕ ਕਹਿਣ ਦੀਆਂ ਗੱਲਾਂ ਨੇ? ਦੇਖੋ, ਚੇਂਜ ਯੂਨੀਵਰਸਲ ਫਿਨੋਮੀਨਾ ਹੈ, ਚੇਂਜਾਂ ਹੁੰਦੀਆਂ ਨੇ, ਪਰ ਕੁਝ ਪਾਲਿਸੀਜ਼ ਨੇ ਜੋ ਨਾਲ ਨਾਲ ਚੱਲਦੀਆਂ ਨੇ, ਉਹ ਉਹਨਾਂ 'ਚ ਬੜੀ ਤਬਦੀਲੀ ਨਹੀਂ ਹੁੰਦੀ, ਸਮੇਂ ਦੇ ਨਾਲ ਨਾਲ ਚੇਂਜਸ ਹੁੰਦੀਆਂ ਨੇ, ਹੁਣ ਵੀ ਹੋਈਆਂ ਨੇ। ਅਸੀਂ ਗਲਤੀਆਂ ਤੋਂ ਸਿੱਖਦੇ ਹਾਂ, ਕੋਈ ਆਪਰੇਸ਼ਨ ਫੇਲ ਹੁੰਦਾ ਜਾਂ ਕਿਸੇ 'ਚ ਕਮੀਆਂ ਪਾਈ ਜਾਂਦੇ ਨੇ, ਜਿਸ ਤਰ੍ਹਾਂ ਹੁਣ ਇਸ ਪੁਲਵਾਮਾ ਤੋਂ ਬਾਅਦ ਕੁਝ ਕਮੀਆਂ ਨਜ਼ਰ ਆਉਣਗੀਆਂ, ਤੇ ਜ਼ਰੂਰ ਅਸੀਂ ਇਹਦਾ ਹੱਲ ਕਰਾਂਗੇ, ਤੇ ਚੇਂਜਸ ਤਾਂ ਆਈਆਂ ਨੇ। ਹੁਣ ਹੋਰ ਜੋ ਹੈ, ਇੱਕ ਜੋ ਚੇਂਜ ਹੈ, ਅਸੀਂ ਇੱਕ ਚੇਂਜ ਜਿਹੜੇ ਹੈ ਨਾ, ਚੰਗੇ ਵਾਸਤੇ ਚੇਂਜ ਨੂੰ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਹਾਂ, ਔਰ ਉਹਦੇ ਪਿੱਛੇ ਜਿੱਦਾਂ ਹਿਡਨ ਏਜੰਡਾ ਹੈ, ਉਹ ਤੇ ਅਸੀਂ ਨਹੀਂ ਜਾਂਦੇ। ਹੁਣ ਤੁਸੀਂ ਕਹਿੰਦੇ ਨੇ ਵੀ ਇਹ 1.25 ਲੱਖ ਜਵਾਨ ਅਸੀਂ ਘੱਟ ਕਰ ਰਹੇ, ਜਵਾਨ ਹੀ ਤਾਂ ਫਾਈਟਿੰਗ ਫੋਰਸ ਹੈ। ਜਿਹੜੇ MOD 'ਚ ਬਾਬੂ ਬੈਠੇ ਨੇ, ਜਿਹੜੇ 55% ਬਜਟ ਖਾ ਜਾਂਦੇ ਨੇ, ਤੁਸੀਂ ਉਹਨਾਂ ਤੇ ਘਟਾਓ ਨਾ। ਉਹ MES ਹੈ ਜਿਹੜੀ, ਉਹਨੂੰ ਘਟਾਓ। ਜਿਹੜੇ ਉੱਥੇ ਐਡੇ ਵੱਡੇ ਸੀਨੀਅਰ ਲੈਵਲ ਦੇ ਅਫਸਰ ਬੈਠੇ ਨੇ, ਆਰਮੀ ਹੈੱਡਕੁਆਟਰ 'ਚ ਬੈਠੇ ਨੇ, ਉੱਥੋਂ ਕਟੌਤੀ ਸ਼ੁਰੂ ਕਰੋ ਨਾ। ਫਾਈਟਿੰਗ ਯੂਨਿਟ ਤੇ ਜਦੋਂ ਤੁਸੀਂ ਕਟੌਤੀ ਕਰਦੇ ਹੋ, ਉਹਦਾ ਅਸਰ ਫਾਈਟਿੰਗ ਸਟਰੈਂਥ ਤੇ ਪੈਂਦਾ। ਤੇ ਹੁਣ ਇੱਕ ਪੋਲੀਟੀਕਲੀ, ਮੈਂ ਜਿੱਦਾਂ ਕਿ ਕਿਹਾ ਸੀ ਕਿ ਇਹ ਲਾਸਟ ਸਵਾਲ ਹੋਊਗਾ ਪ੍ਰੋਗਰਾਮ 'ਚ, ਵਕਤ ਥੋੜਾ ਘੱਟ ਆ। ਇਹ ਜਿਹੜਾ ਹਾਲਾਤ ਬਣੇ ਹੋਏ ਨੇ ਦੋਹਾਂ ਮੁਲਕਾਂ ਦੇ,
ਕਿਹਾ ਜਾ ਰਿਹਾ ਸੀ ਕਰਤਾਰਪੁਰ ਕੋਰੀਡੋਰ ਖੁੱਲ੍ਹੇਗਾ, ਹਾਲਾਤ ਸੁਧਰਨਗੇ। ਤੁਹਾਨੂੰ ਕੀ ਲੱਗਦਾ ਕਿ ਮਸਲਾ ਸੁਧਰਨ ਵਾਲੇ ਹਾਲਾਤਾਂ 'ਚ ਹੀ ਹੈ ਜਾਂ ਹਾਲਾਤ ਵਿਗੜਨਗੇ? ਦੇਖੋ ਜੀ, ਹਾਲਾਤ ਔਰ ਕੋਰੀਡੋਰ ਮਸਲਾ ਦੋਨੇ ਅਲੱਗ-ਅਲੱਗ ਚੀਜ਼ਾਂ ਨੇ। ਜਿਹੜਾ ਕਰਤਾਰਪੁਰ ਦਾ ਕੋਰੀਡੋਰ ਹੈ ਉਹਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲਾਂਘੇ ਖੁੱਲ੍ਹਦੇ ਰਹਿੰਦੇ ਨੇ, ਲਾਂਘੇ ਲੋਕਾਂ ਵਾਸਤੇ ਹੁੰਦੇ ਨੇ, ਇੱਕ ਪਰਪਸ ਵਾਸਤੇ ਹੁੰਦੇ ਨੇ, ਤੇ ਲਾਂਘਾ ਖੋਲ੍ਹਣ 'ਚ ਕੋਈ ਅੜਚਣ ਨਹੀਂ ਹੈ। ਹੁਣ ਵੀ ਜੇ ਅਸੀਂ J&K 'ਚ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਪੁੰਛ ਤੋਂ ਰਾਵਲਕੋਟ ਨੂੰ ਬੱਸ ਜਾਂਦੀ ਹੈ, ਸ਼੍ਰੀਨਗਰ ਤੋਂ ਮੁਜ਼ੱਫਰਾਬਾਦ ਨੂੰ ਬੱਸ ਜਾਂਦੀ ਹੈ, ਤੇ 2 ਟਿਥਵਾਲ ਹੈ, ਇੱਕ ਹੋਰ ਜਗ੍ਹਾ, 2 ਜਗ੍ਹਾ ਤੇ ਪੈਦਲ ਰਸਤੇ ਵੀ ਨੇ। ਜੇ ਅਸੀਂ 4 ਜਗ੍ਹਾ ਤੋਂ ਮੂਵਮੈਂਟ J&K 'ਚ ਪਰਮਿਟ ਕਰ ਸਕਦੇ ਹਾਂ, ਸਾਨੂੰ ਪੰਜਾਬ 'ਚ 2 ਜਗ੍ਹਾ ਤੇ ਕਰਨ 'ਚ ਕੀ ਹਰਜ ਹੈ? ਤਾਂ ਕੋਈ ਗੱਲ ਨਹੀਂ ਹੈ। ਹੁਣ ਅਮਰੀਕਾ ਕੈਨੇਡਾ ਦੇ ਬਾਰਡਰ, ਉੱਥੇ ਪਤਾ ਨਹੀਂ ਕਿੰਨੇ ਪੁਆਇੰਟ ਨੇ, ਹਰ ਸੜਕ ਤੇ ਇੱਕ ਬਾਰਡਰ ਹੈ। ਲੋਕ ਲੰਘਦੇ ਨੇ, ਕਰਦੇ ਨੇ, ਗੱਡੀਆਂ ਵੀ ਜਾਂਦੀਆਂ, ਪਰ ਜ਼ਿਆਦਾ ਬਾਰਡਰਾਂ ਨਾਲ, ਜ਼ਿਆਦਾ ਲਾਂਘੇ ਪੁਆਇੰਟਾਂ ਨਾਲ ਪ੍ਰੋਬਲਮ ਨਹੀਂ ਹੈ, ਕਿਉਂਕਿ ਤੁਹਾਨੂੰ ਉੱਥੇ ਬੰਦੇ ਇਸ ਤਰ੍ਹਾਂ ਦੇ ਚਾਹੀਦੇ ਆ ਜੋ ਆਪਦੇ ਅਸੂਲਾਂ ਤੇ ਚੱਲਣ ਤੇ ਇੰਟੀਗ੍ਰਿਟੀ ਹੋਵੇ ਉਹਨਾਂ ਦੀ। ਜੇ ਅਸੀਂ ਪ੍ਰੋਪਰ ਚੈਕਿੰਗ ਕਰਾਂਗੇ, ਪ੍ਰੋਪਰ ਬੰਦਿਆਂ ਦੀ ਚੈਕਿੰਗ ਕਰਾਂਗੇ, ਤੇ ਸਾਨੂੰ 2 ਦੀ ਬਜਾਏ 4 ਵੀ ਖੁੱਲ੍ਹ ਜਾਣਗੇ, ਕੋਈ ਫਰਕ ਨਹੀਂ ਹੈ। ਜੇ ਕਰਤਾਰਪੁਰ ਦੇ ਲਾਂਘੇ ਨਾਲ ਲੋਕਾਂ ਨੂੰ ਸਹੂਲਤ ਮਿਲਦੀ ਹੈ, ਚੈੱਕ ਕਰਕੇ ਬੰਦੇ ਨੇ ਜਾਣਾ ਤੇ ਸ਼ਾਮ ਨੂੰ ਮੁੜੇ ਆਉਣਾ, ਇਹਦੇ 'ਚ ਲਾਂਘੇ ਤੇ ਇਸ ਰਿਲੇਸ਼ਨ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਲਾਂਘੇ ਪਬਲਿਕ ਵਾਸਤੇ ਨੇ, ਇਹ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਤੇ ਜੇ ਲੋਕ ਚਾਹੁੰਦੇ ਨੇ। ਔਰ ਦੂਸਰਾ, ਜੇ ਕੋਈ ਵੀ ਪੁਆਇੰਟ ਜਿਹੜਾ ਪ੍ਰੋਪਰਲੀ ਮੈਨਡ ਹੈ, ਪ੍ਰੋਪਰ ਪ੍ਰੋਸੀਜਰ ਫੋਲੋ ਕਰੋਗੇ, ਇੱਥੇ ਵੀ ਜੇ ਸਾਡੀ ਪੁਲਿਸ ਪ੍ਰੋਪਰ ਪ੍ਰੋਸੀਜਰ ਫੋਲੋ ਕਰੇ ਕਿਸੇ ਨਾਕੇ ਤੇ ਨਾਕੇ ਤੋਂ ਕਿਸੇ ਨੂੰ ਤਕਲੀਫ ਹੀ ਨਹੀਂ ਹੁੰਦੀ। ਉਹ ਤਕਲੀਫ ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ, ਇਹਦੇ 'ਚ ਵੀ ਨਹੀਂ ਹੋਣੀ ਚਾਹੀਦੀ। ਕਰਤਾਰਪੁਰ ਦਾ ਲਾਂਘਾ ਮੇਰੇ ਖਿਆਲ 'ਚ ਇਹਦੇ ਨਾਲ ਰਿਲੇਟਡ ਹੀ ਨਹੀਂ ਹੈ। ਕਰਤਾਰਪੁਰ ਦਾ ਲਾਂਘਾ ਦੋਨੇ ਦੇਸ਼ਾਂ ਵਾਸਤੇ ਇੱਕ ਬਹੁਤ ਵਧੀਆ ਮੀਲ ਪੱਥਰ ਸਾਬਿਤ ਹੋਊਗਾ ਜੇ ਅਸੀਂ ਇਸ ਨੂੰ ਸਕਸੈਸਫੁਲੀ ਇੰਪਲੀਮੈਂਟ ਕਰ ਦਿੰਦੇ ਹਾਂ। ਚਲੋ ਕਰਨਲ ਸਾਹਿਬ, ਇਸ ਖਬਰ ਪੜਤਾਲ ਦੇ ਇਸ ਅੰਕ 'ਚ ਕੁਝ ਅਹਿਮ ਸਵਾਲਾਂ ਦੇ ਜਵਾਬ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।